ਅਕਾਲ ਪੁਰਖ ਦੀ ਸਿਫਤ ਸਲਾਹ ਦੇ ਸਾਡੇ ਖਾਸ ਪ੍ਰੋਗਰਾਮ ਇੱਕ ਓਂਕਾਰ ਦੇ ਵਿੱਚ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਸਭ ਨਾਲ ਹਾਜ਼ਰ ਹਾਂ ਹਰਸ਼ਰਨ ਕੌਰ ਤੇ ਅੱਜ ਸਾਡੇ ਕੋਲ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਪਹੁੰਚੇ ਹੋਏ ਨੇ ਗਿਆਨੀ ਰਣਜੀਤ ਸਿੰਘ ਜੀ ਜੋ ਕਿ ਮੁੱਖ ਗ੍ਰੰਥੀ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ। ਗਿਆਨੀ ਜੀ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਸਭ ਤੋਂ ਪਹਿਲਾਂ ਅਸੀਂ ਨਮਸਕਾਰ ਕਰਦੇ ਹਾਂ, ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਕਲਗੀਧਰ ਪ੍ਰੀਤਮ ਪਿਆਰੇ ਨੂੰ, ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ। ਉਹ ਪਿਤਾ ਜਿਸ ਵਰਗਾ ਪਿਤਾ ਅੱਜ ਤੱਕ ਦੁਨੀਆ ਤੇ ਨਾ ਕੋਈ ਹੋਇਆ ਤੇ ਨਾ ਰਹਿੰਦੀ ਦੁਨੀਆ ਤੱਕ ਕੋਈ ਹੋ ਸਕਦਾ ਹੈ। ਇੰਨਾ ਵੱਡਾ ਜਿਗਰਾ ਸੀ ਪਾਤਸ਼ਾਹ ਦਾ, ਜਿਨ੍ਹਾਂ ਨੇ ਸਿਰਫ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੇ ਚਾਰੇ ਲਖਤੇ ਜਿਗਰ ਸ਼ਹੀਦ ਕਰਵਾ ਦਿੱਤੇ ਸਨ, ਜਿਸ ਕਰਕੇ ਪੁੱਤਰਾਂ ਦੇ ਦਾਨੀ ਗੁਰੂ ਪਾਤਸ਼ਾਹ ਨੂੰ ਕਿਹਾ ਜਾਂਦਾ ਹੈ। ਔਰ ਉਹ ਵੀ ਸ਼ਹੀਦ ਕਰਵਾਏ ਇੱਕ ਸਿਧਾਂਤ ਦੀ ਖਾਤਰ। ਸ਼ਾਇਰ ਲਿਖਦਾ ਹੈ, ਜਰੀਆਂ ਤਕਲੀਫਾਂ ਦਾਤਾ ਦੇਸ਼ ਲਈ ਬੜੀਆਂ ਤੂੰ, ਲਾਈਆਂ ਚਮਕੌਰ ਤੋਂ ਤੀਰਾਂ ਦੀਆਂ ਝੜੀਆਂ ਤੂੰ, ਤੋੜੀਆਂ ਸੋਹਣੇ ਦੇਸ਼ ਤੋਂ ਲਾਲਾਂ ਦੀਆਂ ਲੜੀਆਂ ਤੂੰ, ਰਣ ਦੇ ਵਿੱਚ ਬੱਚਿਆਂ ਦੀ ਤੂੰ ਦੇਤਾ ਸੀ ਕੁਰਬਾਨੀ ਨੂੰ, ਸ਼ਾਇਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ। ਸੋ ਗੁਰੂ ਸਾਹਿਬ ਨੂੰ ਨਮਸਕਾਰ ਅਸੀਂ ਵੀ ਕਰਦੇ ਹਾਂ। ਔਰ ਅੱਜ ਦਾ ਦਿਨ ਸਿੱਖ ਇਤਿਹਾਸ ਦਾ ਬੜਾ ਹੀ ਵੱਡਾ ਦਿਨ ਹੈ, ਕਿਉਂਕਿ ਅੱਜ ਦੇ ਦਿਨ ਗੁਰੂ ਪਾਤਸ਼ਾਹ ਦੇ ਦੋ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਰਣ ਦੇ ਵਿੱਚ ਸ਼ਹੀਦ ਹੋ ਗਏ ਸਨ। ਔਰ ਉਹਨਾਂ ਦੀ ਸ਼ਹਾਦਤ ਨੂੰ ਲਾਸਾਨੀ ਸ਼ਹਾਦਤ ਵਜੋਂ ਯਾਦ ਕੀਤਾ ਜਾਂਦਾ ਹੈ। ਸੋ ਅਸੀਂ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ। ਤੇ ਅੱਜ ਉਹੀ ਦਿਹਾੜਾ ਹੈ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਿਕ। ਸੋ ਆਓ ਸ਼ੁਰੂ ਕਰਦੇ ਹਾਂ ਧਰਮ ਵਿਚਾਰ। है शौक शहादत का हमें सबसे ज्यादा, 100 सर भी हो कुर्बान तो है नहीं है रब से ज्यादा। सो ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਜੰਗ ਦੇ ਵਿੱਚ ਜਿਸ ਤਰ੍ਹਾਂ ਸ਼ਹੀਦੀ ਪਾਈ, ਜਿਸ ਸਿਰੜ ਤੇ ਸਿਦਕ ਦੇ ਨਾਲ ਵੱਡੇ ਸਾਹਿਬਜ਼ਾਦੇ ਲੜੇ ਰਣ ਤੱਤੇ ਦੇ ਵਿੱਚ, ਔਰ ਜਿਸ ਹਿੰਮਤ ਤੇ ਦਲੇਰੀ ਦੇ ਨਾਲ ਗੁਰੂ ਪਿਤਾ ਨੇ, ਗੁਰੂ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਇੱਕ ਇੱਕ ਕਰਕੇ ਰਣ ਤੱਤੇ ਦੇ ਵਿੱਚ ਭੇਜਿਆ। ਔਰ ਉਹ ਜੋ ਸਿਦਕ ਹੈ, ਉਹ ਸਿਰੜ ਹੈ, ਉਹ ਸਾਡੇ ਸਾਹਮਣੇ ਹੈ। ਅਸੀਂ ਸਾਰੇ ਪੜ੍ਹਦੇ ਹਾਂ ਚਮਕੌਰ ਦੀ ਜੰਗ ਕਿਸ ਤਰ੍ਹਾਂ ਹੋਈ ਸੀ, ਪਰ ਸ਼ਾਇਦ ਅਸੀਂ ਉਸ ਨੂੰ ਮਹਿਸੂਸ ਨਹੀਂ ਕਰ ਸਕਦੇ, ਕਿਉਂਕਿ ਇੱਕ ਚਮਕੌਰ ਦੀ ਜੰਗ ਹੀ ਦੁਨੀਆ ਦੇ ਇਤਿਹਾਸ ਦੇ ਵਿੱਚ ਅਜਿਹੀ ਜੰਗ ਹੈ ਜਿਸ ਦੇ ਵਿੱਚ 40 ਦੇ ਸਾਹਮਣੇ 10 ਲੱਖ ਦੀ ਫੌਜ ਸੀ। ਔਰ ਉਹ 40 ਸਿਰਫ ਤੇ ਸਿਰਫ 10 ਲੱਖ ਦੀ ਫੌਜ ਨੇ ਏਦਾਂ ਹੀ ਨਹੀਂ ਮਾਰ ਦਿੱਤੇ ਸਨ। ਉਹ 40 ਦੇ 40 ਜੋ ਸਿੰਘ ਸੀ ਕੱਲੇ ਕੱਲੇ ਜਾ ਕੇ ਜੂਝੇ ਸਨ ਔਰ ਬਹੁਤ ਸਾਰੇ ਦੁਸ਼ਮਣਾਂ ਨੂੰ ਨਾਲ ਲੈ ਕੇ ਸ਼ਹੀਦ ਹੋਏ ਸਨ। ਸੋ ਚਮਕੌਰ ਦੀ ਜੰਗ ਦੀ ਅੱਜ ਗੱਲ ਕਰਾਂਗੇ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਾਂਗੇ। ਸੋ ਭਾਈ ਸਾਹਿਬ, ਸਭ ਤੋਂ ਪਹਿਲਾਂ ਅਸੀਂ ਇਹੀ ਸਵਾਲ ਮਨ ਦੇ ਵਿੱਚ ਆਉਂਦਾ ਹੈ ਕਿ ਇੰਨਾ ਸਿਰੜ, ਇੰਨਾ ਸਿਦਕ ਵੱਡੇ ਸਾਹਿਬਜ਼ਾਦਿਆਂ ਦੀ ਉਮਰ ਕੋਈ ਬਹੁਤੀ ਵਡੇਰੀ ਨਹੀਂ ਸੀ, ਪਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਹੋਇਆ, ਅਸੀਂ ਉਹ ਜੋ ਸ਼ਹਾਦਤ ਹੈ ਉਸਨੂੰ ਸ਼ਬਦਾਂ ਦੇ ਵਿੱਚ ਬਿਆਨ ਸ਼ਾਇਦ ਨਹੀਂ ਕਰ ਸਕਦੇ, ਪਰ ਉਸ ਦੀ ਮਹਿਮਾ ਜ਼ਰੂਰ ਕਰ ਸਕਦੇ ਹਾਂ। ਇੱਥੋਂ ਹੀ ਸ਼ੁਰੂਆਤ ਕਰਾਂਗੇ ਧਰਮ ਵਿਚਾਰ ਦੀ। ਅਸਲ ਵਿੱਚ ਸ਼ਾਇਦ ਇਹ ਗੱਲ ਸਿੱਖਾਂ ਨੂੰ ਸਮਝ ਆ ਸਕੇ ਜੀ, ਔਰ ਅਸੀਂ ਸੰਸਾਰ ਨੂੰ ਸਮਝਾ ਸਕੀਏ ਕਿ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੈਗਾ ਜੀ। ਮੈਂ ਹਮੇਸ਼ਾ ਬੇਨਤੀ ਕਰਦਾ ਕਿ ਗੁਰੂ ਤੇ ਵਾਹਿਗੁਰੂ ਵਿੱਚ ਬੜਾ ਫਰਕ ਹੈ, ਪਰ ਉਹ ਨਿਰਗੁਣ ਰੂਪ ਵਿੱਚ ਹੈ, ਸਰਗੁਣ ਰੂਪ ਵਿੱਚ ਕੋਈ ਫਰਕ ਨਹੀਂ ਹੈਗਾ ਜੀ। ਉਹ ਆਪ ਪਰਮੇਸ਼ਰ ਸਨ, ਭਾਵੇਂ ਗੁਰੂ ਨਾਨਕ ਸਾਹਿਬ ਸੀ, ਭਾਵੇਂ ਗੁਰੂ ਕਲਗੀਧਰ ਪਾਤਸ਼ਾਹ ਸਨ, ਪਰ ਉਹਨਾਂ ਨੇ ਸੰਸਾਰ ਦੇ ਵਿੱਚ ਜਿਸ ਤਰੀਕੇ ਨਾਲ ਵਿਚਰਨਾ ਕੀਤਾ ਹੈ ਜੀ, ਬਸ ਉਹੀ ਗੱਲ ਸਾਨੂੰ ਸਮਝਣ ਦੀ ਲੋੜ ਹੈ। ਅੱਜ ਵੀ ਸਾਡੇ ਵਿੱਚ ਦੋ ਤਰ੍ਹਾਂ ਦੇ ਲੋਕ ਹੈਗੇ ਨੇ। ਇੱਕ ਉਹ ਨੇ ਜਿਹੜੇ ਹਮੇਸ਼ਾ ਆਪਣੇ ਆਪ ਨੂੰ ਦੋਸ਼ ਮੁਕਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਗੁਰੂਆਂ ਦੀ ਰੀਸ ਕਿਵੇਂ ਕਰ ਸਕਦੇ ਹਾਂ, ਅਸੀਂ ਗੁਰੂਆਂ ਦੀ ਨਕਲ ਕਿਵੇਂ ਕਰ ਸਕਦੇ ਹਾਂ, ਬਿਲਕੁਲ ਸਾਡੇ ਕੋਲੋਂ ਗੁਰੂਆਂ ਦੀ ਬਰਾਬਰੀ ਕਿਵੇਂ ਹੋ ਸਕਦੀ ਹੈ। ਦੂਸਰਾ ਹੈ ਕਿ ਅਸੀਂ
ਇਸ ਗੱਲ ਨੂੰ ਸਮਝ ਸਕੀਏ ਕਿ ਗੁਰੂਆਂ ਦੀ ਨਕਲ, ਗੁਰੂਆਂ ਦੀ ਬਰਾਬਰੀ, ਗੁਰੂਆਂ ਦੇ ਤੁੱਲ ਕੋਈ ਵੀ ਸੰਸਾਰ ਵਿੱਚ ਨਹੀਂ ਹੋ ਸਕਦਾ। ਬਿਲਕੁਲ। ਪਰ ਗੁਰੂ ਸਾਹਿਬਾਨਾਂ ਨੇ ਜਿੱਥੇ ਸਾਨੂੰ ਗੁਰਬਾਣੀ ਬਖਸ਼ਿਸ਼ ਕੀਤੀ, ਉੱਥੇ ਨਾਲ ਸਾਨੂੰ ਆਪਣਾ ਗੁਰੂ ਇਤਿਹਾਸ ਵੀ ਬਖਸ਼ਿਆ, ਤਾਂ ਕਿ ਸਿੱਖ ਨੂੰ ਗੁਰਬਾਣੀ ਦੇ ਰਸਤੇ ਤੇ ਮਾਰਗ ਤੇ ਚੱਲਣ ਵਾਸਤੇ ਸਹਾਰਾ ਮਿਲ ਸਕੇ ਜੀ, ਉਹਨੂੰ ਮਾਰਗ ਦਰਸ਼ਨ ਮਿਲ ਸਕੇ ਕਿ ਇਹ ਸਭ ਕੁਝ ਕਿੱਦਾਂ ਹੋ ਸਕਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਕੁਝ ਵੀ ਕੀਤਾ ਹੈ, ਉਹ ਅਸਲ ਵਿੱਚ ਸਿੱਖ ਧਰਮ ਦੀ ਸਾਰੀ ਤਰਜਮਾਨੀ ਸੀ ਕਿ ਕਿਵੇਂ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਧਰਮ ਦੀ ਖੇਡ ਖੇਡਣ ਵਾਲੇ ਨੂੰ ਦੱਸਿਆ ਕਿ ਭਾਈ ਜੇ ਤੇਰੇ ਮਨ ਵਿੱਚ ਚਾਹੋ ਹੈ ਜੀ, ਤੇ ਤੂੰ ਆਪਣਾ ਸੀਸ ਤਲੀ ਤੇ ਰੱਖ ਕੇ ਆਉਣਾ ਹੈ, ਫਿਰ ਤੂੰ ਪਹਿਲਾਂ ਮਰਨ ਨੂੰ ਕਬੂਲਣਾ ਹੈ। ਔਰ ਫਿਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਐਸੀ ਰੂਹ ਫੂਕੀ ਹੈ ਆਪਣੇ ਸਿੰਘਾਂ ਵਿੱਚ, ਵਿਸ਼ੇਸ਼ ਕਰਕੇ ਆਪਣੇ ਸਾਹਿਬਜ਼ਾਦਿਆਂ ਦੇ ਵਿੱਚ, ਕਿ ਕਿਸੇ ਤਰੀਕੇ ਨਾਲ ਵੀ ਤੁਹਾਨੂੰ ਪੂਰਾ ਇਤਿਹਾਸ ਪੜ੍ਹੋਗੇ, ਕੋਈ ਕਮਜ਼ੋਰੀ ਜਿਹੜੀ ਹੈ, ਕੋਈ ਵੀ ਕਿਤੇ ਜਿਹਨੂੰ ਅੱਜ ਆਪਾਂ ਅੰਗਰੇਜ਼ੀ 'ਚ ਕਹਿ ਸਕਦੇ ਕੋਈ ਵੀਕ ਪੁਆਇੰਟ ਤੁਹਾਨੂੰ ਕਿਤੇ ਨਹੀਂ ਮਿਲੇਗਾ। ਜੀ ਬਿਲਕੁਲ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਸਤਿਗੁਰੂ ਜੀ ਨੇ ਖੁਦ ਸਾਨੂੰ ਦੱਸਿਆ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰੀਏ, ਜੀ, ਉਹਨਾਂ ਵਿੱਚ ਸੰਸਕਾਰ ਕਿਵੇਂ ਭਰੀਏ, ਕਿਉਂਕਿ ਉਹਦਾ ਇੱਕੋ ਹੀ ਕਾਰਨ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਬੱਚਿਆਂ ਨੂੰ ਸਿੱਖ ਸੰਗਤ ਤੋਂ ਜਾਂ ਗੁਰਸਿੱਖਾਂ ਤੋਂ ਵੱਖਰੇ ਨਹੀਂ ਰੱਖਿਆ, ਜਿਹਦੀ ਅੱਜ ਸਭ ਤੋਂ ਵੱਡੀ ਸਾਨੂੰ ਦੇਣੀ ਪੈ ਰਹੀ ਹੈ ਜੀ, ਕਿ ਬੱਚਿਆਂ ਨੂੰ ਅਸੀਂ ਨਾ ਸਿੱਖਾਂ ਦੇ ਵਿੱਚ ਰੱਖਣ ਲਈ ਤਿਆਰ ਹਾਂ, ਕਿ ਉਹ ਭਾਵੇਂ ਖਾਲਸਾ ਸਕੂਲ ਹੋਣ, ਖਾਲਸਾ ਕਾਲਜ ਹੋਣ, ਉਸ ਵਾਤਾਵਰਨ ਦੇ ਵਿੱਚ, ਨਾ ਹੀ ਅਸੀਂ ਉਹਨਾਂ ਬੱਚਿਆਂ ਨੂੰ ਸੰਗਤ ਵਿੱਚ ਲੈ ਕੇ ਆਉਣ ਲਈ ਤਿਆਰ ਹਾਂ। ਜੀ, ਫਿਰ ਅਸੀਂ ਮਹਿਸੂਸ ਕਰਦੇ ਪਤਾ ਨਹੀਂ ਸਾਡੇ ਬੱਚੇ ਕਿਸ ਪਾਸੇ ਤੁਰ ਪਏ। ਮੇਰੇ ਗੁਰੂ ਕਲਗੀਧਰ ਪਿਤਾ ਨੇ, ਜਿਵੇਂ ਉਹਨਾਂ ਨੇ ਆਪ ਇਹ ਗੱਲ ਆਪਣੀ ਬਾਣੀ ਦੇ ਵਿੱਚ ਕਹੀ ਹੈ ਕਿ ਭਾਈ ਮੇਰੇ ਪਿਤਾ ਨੇ ਵੀ ਇਦਾਂ ਹੀ ਕੀਤਾ ਸੀ ਜੀ, ਕਿ ਕੀਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਛਿਛਾ। ਤੇ ਗੁਰੂ ਕਲਗੀਧਰ ਪਾਤਸ਼ਾਹ ਵੀ ਆਪਣੇ ਸਾਹਿਬਜ਼ਾਦਿਆਂ ਨੂੰ ਗੁਰਬਾਣੀ ਵੀ ਸਿਖਾਉਂਦੇ ਨੇ, ਜੀ, ਸ਼ਸਤਰ ਵਿਦਿਆ ਵੀ ਸਿਖਾਉਂਦੇ ਨੇ, ਤੇ ਸਭ ਤੋਂ ਵੱਡੀ ਗੱਲ ਕਿ ਗੁਰੂ ਸਾਹਿਬ ਨੇ ਕਦੇ ਵੀ ਸਾਹਿਬਜ਼ਾਦਿਆਂ ਨੂੰ ਇਹ ਅਹਿਸਾਸ ਨਹੀਂ ਕਰਾਇਆ ਕਿ ਤੁਸੀਂ ਸਿੰਘਾਂ ਤੋਂ ਜਾਂ ਗੁਰੂ ਸੰਗਤ ਤੋਂ ਮੇਰੇ ਵਾਸਤੇ ਵੱਖਰੇ ਹੋ। ਜੀ ਬਿਲਕੁਲ। ਇਹੋ ਹੀ ਕਾਰਨ ਸੀ ਕਿ ਉਹਨਾਂ ਨੂੰ ਸ਼ਹਾਦਤ ਦੇਣ ਲੱਗਿਆਂ ਜਰਾ ਵੀ ਨਾ ਸਾਹਿਬਜ਼ਾਦਿਆਂ ਨੂੰ ਸੋਚਣ ਦੀ ਲੋੜ ਪਈ, ਜੀ, ਤੇ ਨਾ ਹੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਉਹਨਾਂ ਨੂੰ ਭੇਜਣ ਲੱਗਿਆਂ ਕੋਈ ਦੇਰ ਕਰਨ ਦੀ ਲੋੜ ਪਈ। ਜੀ ਜੀ ਬਿਲਕੁਲ ਭਾਈ ਸਾਹਿਬ। ਸੋ ਆਪਾਂ ਦੇਖ ਲਈਏ ਕਿ ਜਿਨ੍ਹਾਂ ਦੇ ਕਿਰਦਾਰ ਉੱਚੇ ਸੁੱਚੇ ਹੁੰਦੇ ਨੇ ਉਹੀ ਜੋ ਇਨਸਾਨ ਹੈ ਸ਼ਹਾਦਤ ਦੇ ਸਕਦਾ ਹੈ। ਸ਼ਹਾਦਤ ਕੋਈ ਆਮ ਮਨੁੱਖ ਹੈ ਜਿਹੜਾ ਉਹ ਨਹੀਂ ਦੇ ਸਕਦਾ, ਕਿਰਦਾਰਹੀਣ ਮਨੁੱਖ ਤਾਂ ਬਿਲਕੁਲ ਵੀ ਨਹੀਂ ਦੇ ਸਕਦਾ, ਅਸੀਂ ਕਹਿ ਸਕਦੇ ਹਾਂ। ਸੋ ਜੋ ਚਮਕੌਰ ਦੀ ਜੰਗ ਦਾ ਉਹ ਦ੍ਰਿਸ਼ ਸੀ, ਉਸ ਤੇ ਵੀ ਅਸੀਂ ਸੰਖੇਪ ਰੂਪ 'ਚ ਚਾਨਣਾ ਪਾਉਣਾ ਚਾਹਾਂਗੇ ਕਿ ਗੁਰੂ ਸਾਹਿਬ ਦੀ ਜੋ ਜੰਗੀ ਸੂਝ-ਬੂਝ ਸੀ, ਜੋ ਜੰਗੀ ਰਣਨੀਤੀ ਸੀ, ਔਰ ਜੋ ਗੁਰੂ ਤੇ ਮੁਰਸ਼ਿਦ ਦਾ ਇੱਕ ਪਿਆਰ ਹੁੰਦਾ ਹੈ ਉਸ ਜੰਗ ਦੇ ਵਿੱਚ, ਉਹ ਵੀ ਬਾਖੂਬੀ ਸਾਡੇ ਸਾਹਮਣੇ ਉਗੜ ਕੇ ਆਉਂਦਾ ਹੈ। ਜੋ 40 ਸਿੰਘਾਂ ਨੇ ਉਸ ਵੇਲੇ ਸੂਰਮ ਗਤੀ ਦਿਖਾਈ, ਇਸ ਤੇ ਵੀ ਅਸੀਂ ਚਾਹਾਂਗੇ ਆਪ ਜੀ ਸੰਖੇਪ ਰੂਪ 'ਚ ਚਾਨਣਾ ਪਾਓ, ਕਿਉਂਕਿ ਅਸੀਂ ਕਹਿ ਦਿੰਦੇ ਹਾਂ ਚਮਕੌਰ ਦਾ ਜੰਗ ਹੋਇਆ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਚਮਕੌਰ ਦਾ ਜੰਗ ਅਸਲ ਦੇ ਵਿੱਚ ਹੈ ਕੀ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਚਮਕੌਰ ਸਾਹਿਬ ਪਹਿਲੀ ਵਾਰੀ ਨਹੀਂ ਆਏ ਜੀ, ਉਹ ਪਹਿਲਾਂ ਵੀ ਇੱਥੇ ਆ ਚੁੱਕੇ ਨੇ। ਇਹੋ ਹੀ ਕਾਰਨ ਸੀ ਕਿ ਜਿਹੜਾ ਭਾਈ ਬੁੱਧੀ ਚੰਦ ਹੈ ਉਹ ਕੋਈ ਨਵਾਂ ਸਿੱਖ ਨਹੀਂ ਬਣਿਆ ਜੀ, ਔਰ ਫਿਰ ਉਹ ਦਿਨ, ਉਹ ਸਮਾਂ ਜਦੋਂ ਗੁਰੂ ਪਾਤਸ਼ਾਹ ਦੇ ਮਗਰ ਫੌਜਾਂ ਚੜੀਆਂ ਹੋਣ, ਤੇ ਕਿਹੜਾ ਨਵਾਂ ਵਿਅਕਤੀ ਹੈ ਜਿਹੜਾ ਆ ਕੇ ਸੇਵਕ ਬਣ ਕੇ ਕਵੇ ਕਿ ਤੁਸੀਂ ਜੀ ਮੇਰੇ ਘਰ ਵਿੱਚ ਆ ਕੇ ਸ਼ਰਨ ਲੈ ਲਓ। ਜੀ, ਗੁਰੂ ਪਾਤਸ਼ਾਹ ਦੇ ਪ੍ਰਤੀ ਜਿੱਥੇ ਸਿੱਖ ਤਾਂ ਸਿੱਖ ਸਨ, ਉੱਥੇ ਮੁਸਲਮਾਨਾਂ ਦੇ ਵਿੱਚ ਵੀ, ਹਿੰਦੂਆਂ ਦੇ ਵਿੱਚ ਵੀ ਬਹੁਤ ਵੱਡੀ ਮਾਨ ਪ੍ਰਤਿਸ਼ਠਾ ਸੀ ਜੀ, ਜਿਹਦਾ ਸ਼ਾਇਦ ਅਸੀਂ ਜ਼ਿਕਰ ਬਹੁਤ ਘੱਟ ਕਰਦੇ ਹਾਂ। ਜਿਵੇਂ ਰੋਪੜ ਦੇ
ਜਿਹੜਾ ਕੋਟਲਾ ਨਿਹੰਗ ਸਿੰਘ ਹੈ, ਜੀ ਜੀ ਜਦੋਂ ਉੱਥੋਂ ਦੀ ਆਪਾਂ ਕਥਾ ਕਰਾਂਗੇ, ਜਾਂ ਫਿਰ ਜਦੋਂ ਅਸੀਂ ਚਮਕੌਰ ਸਾਹਿਬ ਤੋਂ ਬਾਅਦ ਮਾਛੀਵਾੜੇ ਦੀ ਕਥਾ ਕਰਾਂਗੇ, ਜੀ ਨਬੀ ਖਾਂ ਗਨੀ ਖਾਂ ਦੀ, ਉਹ ਗੁਰੂ ਘਰ ਦੇ ਬਹੁਤ ਨੇੜੇ ਸਨ। ਜੀ ਜੀ ਉਹਨਾਂ ਦਾ ਗੁਰੂ ਘਰ ਦੇ ਵਿੱਚ ਵਪਾਰ ਵੀ ਸੀ, ਸ਼ਰਧਾ ਵੀ ਸੀ ਔਰ ਸਿਦਕ ਵੀ ਸੀ। ਇਸੇ ਤਰ੍ਹਾਂ ਭਾਈ ਬੁੱਧੀ ਚੰਦ ਹੈ, ਜਿਨੇ ਸਤਿਗੁਰੂ ਪਿਤਾ ਮਹਾਰਾਜ ਨੂੰ ਬੜੀ ਖੁਸ਼ੀ ਨਾਲ ਔਰ ਆਪਣੀ ਸ਼ਰਧਾ ਦੇ ਨਾਲ ਉਹਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ, ਜੇ ਇਸ ਵੇਲੇ ਮੈਂ ਤੁਹਾਡੇ ਕੰਮ ਨਹੀਂ ਆ ਸਕਦਾ ਜਾਂ ਮੇਰਾ ਘਰ ਤੁਹਾਡੇ ਕੰਮ ਨਹੀਂ ਆ ਸਕਦਾ ਜੀ ਤੇ ਫਿਰ ਮੇਰਾ ਕੀ ਧਰਮ ਹੈ। ਸਤਿਗੁਰੂ ਜੀ ਨੇ ਉਹਦੀ ਸੇਵਾ ਨੂੰ ਪ੍ਰਵਾਨ ਕੀਤਾ ਜੀ ਔਰ ਉਹਦੀ ਹਵੇਲੀ ਦੇ ਵਿੱਚ ਸਤਿਗੁਰੂ ਜੀ ਉਹਦੀ ਜਿਹੜੀ ਕੱਚੀ ਗੜੀ ਸੀ ਉਹਦੇ ਵਿੱਚ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਪਹੁੰਚਦੇ ਨੇ। ਜੀ ਜੀ ਔਰ ਇਹ ਇੱਕ ਸੱਚ ਹੈ ਕਿ ਦੁਨੀਆ ਦੀ ਇਹੋ ਜਿਹੀ ਅਸਾਵੀਂ ਜੰਗ, ਇਹੋ ਜਿਹੀ ਨਿਰਾਲੀ ਨਵੇਕਲੀ ਜੰਗ ਜਿਹੜੀ ਹੈ, ਉਹ ਦੁਨੀਆ ਦੇ ਵਿੱਚ ਕਦੇ ਕਿਤੇ ਵੀ ਨਹੀਂ ਮਿਲੀ, ਅੱਜ ਤੱਕ ਨਾ ਮਿਲ ਸਕਦੀ ਹੈ। ਬਿਲਕੁਲ ਭਾਈ ਸਾਹਿਬ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਕੇਵਲ 40 ਸਿੰਘ ਨੇ ਔਰ ਉਹਨਾਂ ਦੇ ਆਲੇ ਦੁਆਲੇ 10 ਲੱਖ ਫੌਜ ਦਾ ਘੇਰਾ ਹੈ। ਜੀ ਉਸ ਮਨੋਬਲ ਨੂੰ ਡੇਗਣ ਵਾਸਤੇ ਮੇਰਾ ਖਿਆਲ ਇੰਨਾ ਹੀ ਬਹੁਤ ਸੀ ਕਿ ਤੁਹਾਨੂੰ 10 ਲੱਖ ਫੌਜ ਨੇ ਘੇਰਾ ਪਾ ਲਿਆ। ਜੀ ਜੀ ਔਰ ਉੱਥੇ ਖਾਸ ਕਰਕੇ 4-5 ਜਰਨੈਲਾਂ ਦਾ ਜ਼ਿਕਰ ਆਉਂਦਾ ਹੈ, ਜਿਹਦੇ ਵਿੱਚ ਵਜ਼ੀਰ ਖਾਂ ਵੀ ਹੈ, ਜਿਹਦੇ ਵਿੱਚ ਖਵਾਜਾ ਮਹਿਮੂਦ ਅਲੀ ਵੀ ਹੈ, ਜੀ ਜੀ ਜਿਹਦੇ ਵਿੱਚ 22 ਧਾਰ ਦੇ ਰਾਜਿਆਂ ਵਿੱਚੋਂ ਅਜਮੇਰ ਚੰਦ ਵੀ ਹੈ, ਲਾਹੌਰ ਦਾ ਸੂਬਾ ਜਿਹੜਾ ਹੈ ਉਹ ਜ਼ਬਰਦਸਤ ਖਾਂ ਵੀ ਹੈ, ਜੀ ਔਰ ਮਲੇਰ ਕੋਟਲੇ ਵਾਲਾ ਨਾਹਰ ਖਾਂ ਵੀ ਹੈ। ਔਰ ਉਹਨਾਂ ਸਾਰਿਆਂ ਨੂੰ ਜੇ ਆਪਾਂ ਇਹ ਕਹੀਏ ਕਿ ਸ਼ਾਇਦ ਉਹਨਾਂ ਨੂੰ ਜੰਗ ਲੜਨੀ ਨਹੀਂ ਸੀ ਆਉਂਦੀ ਜਾਂ ਉਹਨਾਂ ਨੂੰ ਗੁਰੂ ਸਾਹਿਬ ਨੂੰ ਘੇਰਾ ਪਾਉਣਾ ਨਹੀਂ ਆਇਆ, ਨਹੀਂ, ਉਹ ਆਪਣੇ ਆਪ ਦੇ ਵਿੱਚ ਮੰਨੇ ਪ੍ਰਮੰਨੇ ਉਸ ਵਕਤ ਦੇ ਮੁਗਲ ਜਰਨੈਲ ਸਨ। ਜੀ ਜੀ ਪਰ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਰਣਨੀਤੀ ਹੈ, ਉਸ ਨੂੰ ਅਸੀਂ ਜਿੰਨੀ ਨਮਸਕਾਰ ਕਰੀਏ ਉਨੀ ਥੋੜੀ ਹੈ। ਬਿਲਕੁਲ ਭਾਈ ਸਾਹਿਬ ਕਹਿੰਦੇ ਨੇ ਕਿ ਕਦੇ ਇੱਕ ਐਸਾ ਸਮਾਂ ਵੀ ਆਇਆ ਸੀ ਕਿ ਜਦੋਂ ਕਿਸੇ ਰਸ਼ੀਆ ਦੇ ਜਰਨੈਲ ਨੇ ਆ ਕੇ ਦਿੱਲੀ ਦੇ ਤਾਜਦਾਰਾਂ ਨੂੰ ਕਿਹਾ ਸੀ ਕਿ ਮੈਂ ਚਮਕੌਰ ਦੀ ਗੜੀ ਵੇਖਣੀ ਹੈ, ਤੇ ਉਹਨਾਂ ਨੂੰ ਉਸ ਵਕਤ ਦੇ ਹੁਕਮਾਂ ਨੇ ਕਿਹਾ ਸੀ ਵੀ ਇੱਥੇ ਤਾਂ ਬੜੇ ਅਜੂਬੇ ਨੇ, ਤੁਸੀਂ ਉਸ ਥੇ ਦਾ ਕੀ ਵੇਖਣਾ ਹੈ। ਜੀ ਜੀ ਤੇ ਉਹਨੇ ਦੱਸਿਆ ਸੀ ਕਿ ਨਹੀਂ, ਮੈਂ ਇਤਿਹਾਸ ਪੜ੍ਹਿਆ ਹੈ, ਮੈਂ ਵੇਖਣਾ ਚਾਹੁੰਦਾ ਕਿ 40 ਆਦਮੀਆਂ ਨੂੰ 10 ਲੱਖ ਦੇ ਨਾਲ ਕਿਵੇਂ ਲੜਾਇਆ ਜਾ ਸਕਦਾ ਹੈ। ਜੀ ਮੈਂ ਹਮੇਸ਼ਾ ਬੇਨਤੀ ਕਰਦਾ, ਗੁਰੂ ਕਲਗੀਧਰ ਪਾਤਸ਼ਾਹ ਨੂੰ ਪਤਾ ਸੀ ਇਹ ਜੰਗ ਜਿੱਤੀ ਨਹੀਂ ਜਾ ਸਕਦੀ, ਪਰ ਸਵਾਲ ਇਹ ਹੈ ਕਿ ਕੀ ਉਹ ਜੰਗ ਹਾਰੀ ਜਾ ਸਕਦੀ ਸੀ, ਜਿਹੜੀ ਗੱਲ ਸਤਿਗੁਰੂ ਜੀ ਦੀ ਜ਼ਿੰਦਗੀ ਦੀ ਕਿਤਾਬ ਦੇ ਵਿੱਚ ਕਿਤੇ ਨਹੀਂ ਹੈਗੀ। ਜੀ ਇਸੇ ਕਰਕੇ ਮੇਰੇ ਸਤਿਗੁਰੂ ਪਿਤਾ ਨੇ ਫਿਰ 5-5 ਸਿੰਘਾਂ ਦੇ ਜਥੇ ਬਣਾਏ ਔਰ ਉਹਦੇ ਵਿੱਚੋਂ ਜਿਹੜੀ ਨਵੇਕਲੀ ਗੱਲ ਨਿਕਲ ਕੇ ਆਉਂਦੀ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਹਿਣਾ ਨਹੀਂ ਪਿਆ ਕਿ ਪੁੱਤਰ ਅਜੀਤ ਸਿੰਘ, ਫਿਰ ਹੁਣ ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਜੰਗ ਦੇ ਮੈਦਾਨ ਵਿੱਚ ਜਾਓਗੇ, ਜਾਂ ਪੁੱਤਰ ਜੁਝਾਰ ਸਿੰਘ ਤੁਹਾਡਾ ਕੀ ਖਿਆਲ ਹੈ ਜੀ ਕਿ ਤੁਸੀਂ ਜਾਓਗੇ। ਔਰ ਇਸ ਤੋਂ ਪਹਿਲਾਂ ਜਿਹੜੀ ਗੱਲ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਲਿਖੀ ਹੈ ਕਿ ਪਹਿਲੇ ਜਥੇ ਦੇ ਸ਼ਹੀਦ ਹੋਣ ਤੋਂ ਬਾਅਦ ਜਦੋਂ ਸਿੰਘਾਂ ਨੇ ਇਕੱਠੇ ਹੋ ਕੇ ਕਿਹਾ ਕਿ ਮਹਾਰਾਜ ਤੁਸੀਂ ਔਰ ਸਾਹਿਬਜ਼ਾਦੇ ਇਸ ਚਮਕੌਰ ਦੀ ਗੜੀ ਚੋਂ ਚਲੇ ਜਾਓ, ਜੀ ਕਿਉਂਕਿ ਇਹ ਜੰਗ ਦੇ ਵਿੱਚ ਸ਼ਹੀਦੀ ਜਿਹੜੀ ਹੈ ਉਹ ਨਿਸ਼ਚਿਤ ਹੈ। ਤਾਂ ਮੇਰੇ ਸਤਿਗੁਰੂ ਪਿਤਾ ਨੇ ਕਿਹਾ ਸੀ, ਭਾਈ ਕਿਹੜੇ ਸਾਹਿਬਜ਼ਾਦੇ? ਉਹਨਾਂ ਨੇ ਜਦੋਂ ਕਿਹਾ ਵੀ ਇਹ ਬਾਬਾ ਅਜੀਤ ਸਿੰਘ ਨੇ, ਬਾਬਾ ਜੁਝਾਰ ਸਿੰਘ ਨੇ, ਜੀ ਤਾਂ ਗੁਰੂ ਕਲਗੀਧਰ ਪਿਤਾ ਦੇ ਬਚਨ ਸਨ। ਆਖਿਆ, ਭਾਈ ਹੁਣ ਤਾਂ ਤੁਸੀਂ ਮੇਰੇ ਸਾਰੇ ਹੀ ਸਾਹਿਬਜ਼ਾਦੇ ਹੋ, ਇਸ ਤਰ੍ਹਾਂ ਤੁਸੀਂ ਮੈਨੂੰ ਕਿਵੇਂ ਕਹਿ ਸਕਦੇ ਹੋ? ਜੀ ਬਿਲਕੁਲ ਉਸ ਚੀਜ਼ ਨੇ ਸਿੰਘਾਂ ਦਾ ਮਨੋਬਲ ਹੋਰ ਉੱਚਾ ਕੀਤਾ ਔਰ ਫਿਰ ਵਾਰੀ-ਵਾਰੀ ਗੁਰੂ ਜੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਵੀ ਜੰਗ ਦੇ ਮੈਦਾਨ ਵਿੱਚ ਭੇਜਿਆ। ਜੀ ਬਿਲकुल भाई साहब। और जो जिस तरह साहिबजादियां ने शहादत पाई, जिस तरह किन्ने ही मुगलों के नाल दुश्मनों के नाल लड़े और बिल्कुल हिक ताण के खड़े हुए, वो शहादत नूं शायद नहीं, मतलब कोई सानी नहीं असी कह सकते। सो अज जिवें तुसीं शुरुआत दे विच गल कीती सी कि अज असी बहाने है शायद साडे, असी निकल जाते हैं कि असी गुरु नाल साडा कोई मेल नहीं है, असी उन्हां सिंघां वर्गे नहीं बन सकते। तां ਇਹ ਸਵਾਲ ਹੈ ਕਿ ਕੀ ਅਸੀਂ ਅੱਜ ਸਿਰਫ ਬਹਾਨੇ ਮਾਰਨ ਜੋਗੀ ਰਹਿ ਗਏ ਹਾਂ? ਅਸੀਂ ਗੱਲ ਕਰਦੇ ਹਾਂ ਸਾਹਿਬਜ਼ਾਦਿਆਂ ਦੀ। ਗੁਰੂ ਸਾਹਿਬ ਨੂੰ ਅਸੀਂ ਪਿਤਾ ਕਹਿੰਦੇ ਹਾਂ, ਮਾਤਾ ਸਾਹਿਬ ਕੌਰ ਨੂੰ ਮਾਤਾ ਕਹਿੰਦੇ ਹਾਂ, ਪਰ ਅਸੀਂ ਆਪਣੇ ਮਾਤਾ ਪਿਤਾ ਵਰਗੇ ਬਣਨਾ ਨਹੀਂ ਚਾਹੁੰਦੇ। ਅਸਲ 'ਚ ਕਿਹੋ ਜਿਹੀ ਬਿਰਤੀ ਅਸੀਂ ਅਪਣਾ ਰਹੇ ਹਾਂ? ਜੋ ਗੁਰੂ ਸਾਹਿਬ ਨੇ ਸ਼ਹਾਦਤਾਂ ਸਾਡੇ ਲਈ ਦਿੱਤੀਆਂ, ਕੀ ਸ਼ਹਾਦਤਾਂ ਦਾ ਤੇਜ ਪ੍ਰਤਾਪ ਹੈ ਅੱਜ ਧੁੰਦਲਾ ਪੈ ਗਿਆ? ਨਹੀਂ, ਐਸਾ ਕੁਝ ਨਹੀਂ ਹੈਗਾ ਜੀ।
ਦੇਖੋ ਜਿਹੜਾ ਖਾਲਸਾ ਪੰਥ ਹੈ, ਆ ਥੋੜੇ ਜਿਹੇ ਦਿਨ ਪਹਿਲਾਂ ਜੀ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਤੁਸੀਂ ਵੇਖਿਆ ਹੈ। ਜੀ ਬਿਲਕੁਲ। ਉੱਥੇ ਕਿਸੇ ਨੇ ਕਿਸੇ ਦੀ ਨਹੀਂ ਸੁਣੀ, ਨਾ ਵਕਤ ਦੀ ਸਰਕਾਰ ਦੀ ਕਿਸੇ ਨੇ ਸੁਣੀ, ਨਾ ਵਕਤ ਦੇ ਧਾਰਮਿਕ ਆਗੂਆਂ ਦੀ ਕਿਸੇ ਨੇ ਸੁਣੀ, ਨਾ ਸਮਾਜ ਦੇ ਆਗੂਆਂ ਦੀ ਕਿਸੇ ਨੇ ਸੁਣੀ। ਜੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਨਾਦਰ ਹੋਇਆ ਤੇ ਉਸ ਵੇਲੇ ਇੱਕ ਸਮਝ ਆਈ ਕਿ ਨਹੀਂ, ਅੱਜ ਵੀ ਉਹ ਸਪਿਰਿਟ ਜਿਹੜੀ ਹੈ ਉਹ ਕੌਮ ਦੇ ਵਿੱਚ ਮੌਜੂਦ ਹੈ। ਜੀ ਪਰ ਲੋੜ ਪਤਾ ਕੀ ਹੈ? ਲੋੜ ਹੈਗੀ ਹੈ ਕਿ ਜਿਵੇਂ ਬਿਜਲੀ ਤਾਂ ਅਸੀਂ ਭਾਖੜਾ ਤੋਂ ਪੈਦਾ ਕਰ ਲੈਂਦੇ ਆ, ਜੀ ਜੀ ਪਰ ਕੀ ਉਹ ਤਾਰਾਂ ਦੇ ਵਿੱਚ ਪਾ ਕੇ ਦਿੱਲੀ ਤੱਕ ਆ ਸਕਦੀ ਹੈ? ਕਿ ਉਹ ਪਿੰਡਾਂ ਤੱਕ ਜਾ ਸਕਦੀ ਹੈ? ਕਿ ਉਹ ਸ਼ਹਿਰਾਂ ਤੱਕ ਪਹੁੰਚਾਈ ਜਾ ਸਕਦੀ ਹੈ? ਜੀ ਜੀ ਤਾਂ ਉਹਦੇ ਤੋਂ ਬਲਬ ਜਗ ਸਕਦੇ ਨੇ, ਉਹਦੇ ਤੋਂ ਮਸ਼ੀਨਾਂ ਚੱਲ ਸਕਦੀਆਂ ਨੇ, ਉਹਦੇ ਤੋਂ ਰੋਸ਼ਨੀ ਕੀਤੀ ਜਾ ਸਕਦੀ ਹੈ। ਇਹ ਅੱਜ ਦੇ ਜਿਹੜੇ ਧਾਰਮਿਕ ਸਾਡੇ ਆਗੂ ਨੇ, ਸਮਾਜਿਕ ਆਗੂ ਨੇ, ਸਾਡੇ ਕੌਮ ਦੇ ਆਗੂ ਨੇ, ਇਹ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਅੱਜ ਵੀ ਸਿੱਖੀ ਦਾ ਸਪਿਰਿਟ ਮੌਜੂਦ ਹੈ। ਜੀ ਜਦੋਂ ਵੀ ਸਿੱਖੀ ਨੂੰ ਸਿਰਾਂ ਦੀ ਲੋੜ ਪਈ ਹੈ, ਕਦੇ ਵੀ ਮੇਰੀ ਕੌਮ ਨੇ ਕੰਜੂਸੀ ਨਹੀਂ ਕੀਤੀ। ਜੀ ਇਸ ਬਲੀਦਾਨ ਦੇ ਵਿੱਚ ਕਦੇ ਵੀ ਸਾਡੀ ਕੌਮ ਪਿੱਛੇ ਨਹੀਂ ਰਹੀ। ਲੋੜ ਇਸ ਗੱਲ ਦੀ ਹੈ ਕਿ ਅਸੀਂ, ਪਹਿਲੀ ਗੱਲ ਇਹ ਹੈ ਕਿ ਅਸੀਂ ਉਹਨਾਂ ਦੀ ਨਿਸ਼ਾਨਦੇਹੀ ਵੀ ਕਰੀਏ। ਜੀ ਜਿਹੜੇ ਚੰਗੇ ਸਿੱਖ ਨੇ, ਚੰਗੇ ਸਿੰਘ ਜਿਹੜੇ ਨੇ, ਚੰਗੇ ਜਿਹੜੇ ਗੁਰਸਿੱਖ ਪਰਿਵਾਰ ਨੇ, ਅਸੀਂ ਉਹਨਾਂ ਨੂੰ ਸਮੇਂ-ਸਮੇਂ ਅਸੀਂ ਉਹਨਾਂ ਨੂੰ ਪੇਸ਼ ਕਰੀਏ ਕਿ ਆਓ ਭਾਈ ਤੁਹਾਨੂੰ ਅਸੀਂ ਉਹ ਵੀ ਵਿਖਾਈਏ ਅੱਜ ਜੀ। ਹੋ ਕੀ ਰਿਹਾ ਹੈ। ਜੀ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਔਰ ਇਸ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਸੰਗਤ ਨਾਲ ਵੀ ਸਾਂਝ ਕਰਨੀ ਚਾਹੁੰਦਾ ਜੀ ਕਿ ਹੁੰਦਾ ਕੀ ਹੈ ਕਿ ਕਿਸੇ ਨੇ ਪਤਾ ਨਹੀਂ ਕਿਹੜਾ ਕੌਣ ਪਾਦਰੀ ਸੀਗਾ, ਉਹ ਕਦੋਂ ਕਿਹੜੇ ਕਿਸੇ ਸਿੱਖ ਸਰਦਾਰ ਨੂੰ ਮਿਲਿਆ ਤੇ ਉਹਨੇ ਕਹਿ ਦਿੱਤਾ ਵੀ ਬਸ ਹੁਣ ਸਿੱਖਾਂ ਦੀਆਂ ਫੋਟੋ ਅਜਾਇਬ ਘਰ ਵਿੱਚ ਹੋਇਆ ਕਰਨਗੀਆਂ, ਸਿੱਖੀ ਖਤਮ ਹੋ ਜਾਏਗੀ। ਜੀ ਮੈਨੂੰ ਨਹੀਂ ਪਤਾ ਉਹ ਕਿਹਨੂੰ ਮਿਲਿਆ, ਕਦੋਂ ਮਿਲਿਆ। ਇਸ ਗੱਲ ਦਾ ਇੰਨਾ ਪ੍ਰਚਾਰ, ਇੰਨਾ ਪ੍ਰਚਾਰ, ਇੰਨਾ ਪ੍ਰਚਾਰ, ਪਰ ਇਹਦੇ ਤੋਂ ਉਲਟ ਕਿ ਸਾਨੂੰ ਪਤਾ ਹੈ ਕਿ ਅੱਜ ਸਾਡੇ ਦੇਸ਼ ਨਾਲੋਂ ਵਿਦੇਸ਼ ਵਿੱਚ ਜਿਹੜੀ ਸਿੱਖੀ ਹੈ ਉਹ ਜ਼ਿਆਦੀ ਹੈ। ਜੀ ਅੱਜ ਦਾ ਜਿਹੜਾ ਸਾਡਾ ਬੱਚਾ ਹੈ, ਜਦੋਂ ਉਹ ਸਿੱਖੀ ਗ੍ਰਹਿਣ ਕਰਦਾ ਹੈ ਤੇ ਉਹ ਬੱਚਾ ਜਿਹੜਾ ਹੈ ਉਹ ਕਿਸੇ ਕੀਰਤਨ ਪੂਜਾ ਵਿੱਚ ਨਹੀਂ ਪੈਂਦਾ, ਉਹ ਹੰਨੇ ਦੀ ਮੀਰੀ ਵਿੱਚ ਨਹੀਂ ਜਾਂਦਾ, ਉਹ ਸਾਡੀਆਂ ਇਹਨਾਂ ਵੱਡੀਆਂ ਦੇ ਵਿੱਚ ਨਹੀਂ ਜਾਂਦਾ। ਜੀ ਉਹਦੇ ਸਾਹਮਣੇ ਬਿਲਕੁਲ ਨਿਰੋਲ ਉਹਦੇ ਕੋਲ ਗੁਰਬਾਣੀ ਹੈ ਔਰ ਉਹਦੇ ਕੋਲ ਆਪਣਾ ਗੁਰੂ ਇਤਿਹਾਸ ਹੈ, ਉਹਦੇ ਕੋਲੇ ਆਪਣਾ ਸਿੱਖ ਇਤਿਹਾਸ ਹੈ। ਜੀ ਜੀ ਤੋ ਇਸ ਕਰਕੇ ਅੱਜ ਕਦੇ ਵੀ ਨਹੀਂ ਇਹ ਕਿਹਾ ਜਾ ਸਕਦਾ ਕਿ ਉਹ ਕੁਰਬਾਨੀਆਂ ਕਦੇ ਧੁੰਦਲੀਆਂ ਹੋ ਗਈਆਂ ਨੇ ਜਾਂ ਹੋ ਸਕਦੀਆਂ ਨੇ, ਜੀ। ਕਦੇ ਵੀ ਨਹੀਂ ਹੈਗਾ। ਪਰ ਇਹ ਠੀਕ ਹੈ ਕਿ ਸਾਰੀਆਂ ਕੌਮਾਂ ਦੇ ਵਿੱਚ ਸਾਨੂੰ, ਸ਼ਾਇਦ ਅਸੀਂ ਆਪਣੇ ਬਾਰੇ ਜਾਣਦੇ ਹਾਂ, ਜੀ ਜੀ ਮੈਂ ਤਾਂ ਹਮੇਸ਼ਾ ਕਹਿੰਦਾ ਇਸਲਾਮ ਦੇ ਵਿੱਚ ਚਲੇ ਜਾਓ ਤੇ ਇਸਲਾਮ ਦੇ ਵਿੱਚ ਵੀ ਜਿਹੜੇ ਚੰਗੇ ਮੁਸਲਮਾਨ ਨੇ ਉਹ ਮਿਨਾਰਟੀ ਵਿੱਚ ਨੇ। ਹਿੰਦੂਆਂ ਵਿੱਚ ਚਲੇ ਜਾਓ, ਜਿਹੜੇ ਚੰਗੇ ਹਿੰਦੂ ਨੇ ਉਹ ਮਿਨਾਰਟੀ ਵਿੱਚ ਨੇ। ਜੀ ਇਸੇ ਤਰ੍ਹਾਂ ਸਾਡੇ ਸਿੱਖਾਂ ਦੇ ਵਿੱਚ ਹੈ। ਬਹੁਤਾਤ ਜਿਹੜੀ ਹੈ ਉਹ ਉਹਨਾਂ ਲੋਕਾਂ ਦੀ ਹੈ ਕਿਉਂਕਿ ਸਾਡਾ ਪੈਰਾਮੀਟਰ ਗਲਤ ਹੈ। ਅਸੀਂ ਕਿਸੇ ਨੂੰ ਵੀ ਪੁੱਛ ਲਈਏ ਵੀ ਤੂੰ ਸਿੱਖ ਹੈ, ਉਹ ਕਹਿੰਦਾ ਹਾਂਜੀ ਮੇਰੀ ਗੁਰਦੁਆਰੇ 'ਚ ਵੋਟ ਬਣੀ ਹੋਈ ਹੈ। ਹੁਣ ਕੀ ਕਹੀਏ ਉਹਨੂੰ ਕਿ ਤੈਨੂੰ ਇਲੈਕਸ਼ਨ ਕਮਿਸ਼ਨਰ ਨੇ ਸਿੱਖੀ ਦਾ ਸਰਟੀਫਿਕੇਟ ਦੇਣਾ ਹੈ, ਜੀ ਤੈਨੂੰ ਸਰਟੀਫਿਕੇਟ ਮਿਲਣਾ ਸੀ ਪੰਜ ਪਿਆਰਿਆਂ ਕੋਲੋਂ, ਬਿਲਕੁਲ। ਕੀ ਤੂੰ ਲਿਆ ਹੈ ਕਿ ਨਹੀਂ ਲਿਆ। ਤੋ ਇਸ ਕਰਕੇ ਅਸੀਂ ਵੋਟਾਂ ਦੇ ਹਿਸਾਬ ਨਾਲ ਅਸੀਂ ਅੱਜ ਸਿੱਖੀ ਦੀ ਕੈਲਕੂਲੇਸ਼ਨ ਕਰਦੇ, ਗਿਣਤੀ ਕਰਦੇ ਹਾਂ। ਜੀ ਜੀ ਅਗਰ ਇਹਦੇ ਚੋਂ ਬਾਹਰ ਆ ਜਾਈਏ ਤੇ ਅੱਜ ਵੀ ਸਿੱਖੀ ਮੈਂ ਸਮਝਦਾ ਕਿ ਚੜ੍ਹਦੀ ਕਲਾ 'ਚ ਹੈ। ਜੀ। ਅੱਜ ਵੀ ਸਾਨੂੰ ਆਪਣੇ ਬੱਚਿਆਂ ਤੇ ਮਾਣ ਹੈ। ਮੈਂ ਤੇ ਵੇਖਦਾ ਕਿ ਅੱਜ ਜਿਹੜੀ ਨਵੀਂ ਸਾਡੀ ਜਨਰੇਸ਼ਨ ਹੈਗੀ ਆ, ਨਵਾਂ ਸਾਡਾ ਜਿੰਨੀ ਸਾਡੀ ਪਨੀਰੀ ਹੈਗੀ ਆ, ਜੀ ਉਹ ਸਿੱਖੀ ਦੇ ਬਾਣੇ ਨੂੰ, ਜਿੱਦਾਂ ਮੈਂ ਤੁਹਾਡੇ ਦਰਸ਼ਨ ਕਰ ਰਿਹਾ ਕਿ ਇਸ ਤਰੀਕੇ ਨਾਲ ਅੱਜ ਉਹਨਾਂ ਨੂੰ ਪ੍ਰੇਰਨਾ ਨਹੀਂ ਪੈ ਰਿਹਾ ਕਿ ਤੁਸੀਂ ਕੇਸਕੀ ਸਜਾਓ, ਤੁਸੀਂ ਸੋਹਣੇ ਦਸਤਾਰੇ ਸਜਾਓ, ਜੀ ਤੁਸੀਂ ਸੋਹਣੇ ਤਰੀਕੇ ਨਾਲ ਪੰਜ ਕਕਾਰਾਂ ਦੇ ਦਾ ਜਿਹੜਾ ਸ਼ਿੰਗਾਰ ਹੈ ਉਹਨੂੰ ਕਰੋ ਔਰ ਤੁਸੀਂ ਗੁਰਬਾਣੀ ਨੂੰ ਪਿਆਰ ਕਰੋ। ਅੱਜ ਬੱਚੇ ਜਿਹੜੇ ਨੇ ਉਹ ਸਾਡੇ ਕਿਸੇ ਗੱਲੋਂ ਵੀ ਕਮ ਨਹੀਂ ਹੈਗੇ, ਕਮਜ਼ੋਰ ਨਹੀਂ ਹੈਗੇ, ਪਰ ਲੋੜ ਇਸ ਗੱਲ ਦੀ ਹੈ ਕਿ ਅਸੀਂ ਕਦੇ ਚੜ੍ਹਦੀ ਕਲਾ ਵਾਲਾ ਵੀ ਜਿਹੜਾ ਪੱਖ ਹੈ ਉਹ ਸਾਨੂੰ ਮੀਡੀਆ ਦੇ ਰਾਹੀਂ
ਜ਼ਰੂਰ ਸਾਂਝਾ ਕਰਨਾ ਚਾਹੀਦਾ ਹੈ। ਜੀ ਜੀ ਹਾਂਜੀ ਜੀ ਬਿਲਕੁਲ ਭਾਈ ਸਾਹਿਬ। ਸੋ ਜੇ ਅੱਜ ਦੀ ਗੱਲ ਕਰੀਏ, ਚਮਕੌਰ ਦੀ ਜੰਗ ਹੈ ਜਾਂ ਕੋਈ ਵੀ ਜੋ ਇਤਿਹਾਸਿਕ ਦਿਹਾੜਾ ਹੈ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ, ਕਿ ਉਹਨਾਂ ਨੂੰ ਉਸੇ ਦਿਨ ਤੇ ਯਾਦ ਕਰ ਲੈਣਾ, ਕੋਟਾਨ ਕੋਟ ਪ੍ਰਣਾਮ ਕਰ ਲੈਣਾ, ਸਿਰਫ ਇਹੀ ਸਾਡੀ ਜ਼ਿੰਮੇਵਾਰੀ ਹੈ? ਅਸੀਂ ਪੂਰਾ ਸਾਲ ਮਤਲਬ ਹਰ ਪਲ ਹਰ ਟਾਈਮ ਉਹ ਜੋ ਸ਼ਹਾਦਤਾਂ ਨੇ, ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਗੁਰਬਾਣੀ ਰਚ ਕੇ ਦਿੱਤੀ ਹੈ, ਕਿਸ ਤਰ੍ਹਾਂ ਪਲ ਪਲ ਅਸੀਂ ਉਹ ਜ਼ਿੰਦਗੀ ਜੀ ਸਕਦੇ ਹਾਂ? ਇਸ ਦੀ ਘਾਟ ਬਿਲਕੁਲ ਆਪ ਜੀ ਨੇ ਕਿਹਾ ਕਿ ਬਾਣਾ ਜਿਹੜਾ ਬਹੁਤ ਸੰਭਾਲਿਆ ਹੋਇਆ ਅੱਜ ਕੱਲ ਨੌਜਵਾਨਾਂ ਨੇ, ਪਰ ਕਿਤੇ ਨਾ ਕਿਤੇ ਅੰਦਰਲਾ ਖੋਖਲਾਪਨ ਜ਼ਰੂਰ ਦਿਖ ਜਾਂਦਾ ਹੈ। ਪਹਿਲਾ ਗੱਲ ਇਹ ਹੈ ਕਿ ਜਿਹੜਾ ਇਮਤਿਹਾਨ ਹੁੰਦਾ ਹੈ ਨਾ ਜੀ, ਉਹਦਾ ਟਾਈਮ ਤਕਰੀਬਨ ਮੈਕਸਿਮਮ ਟਾਈਮ 3 ਘੰਟੇ ਹੁੰਦਾ ਹੈ ਜੀ, ਪਰ ਉਹਦੀ ਤਿਆਰੀ ਦੇ 12 ਮਹੀਨੇ ਹੁੰਦੇ ਨੇ। ਹੁਣ ਇਹ ਅਸੀਂ ਇਮਤਿਹਾਨ ਦਾ ਜ਼ਿਕਰ ਕਰਦੇ ਹਾਂ, ਜਿਹੜਾ ਚਮਕੌਰ ਦੀ ਗੜੀ ਵਿੱਚ ਹੋਇਆ ਔਰ ਉੱਥੇ ਖਾਲਸਾ ਜਿਹੜਾ ਸੀ ਉਹ ਪਾਸ ਹੋਇਆ ਜੀ, ਔਰ ਇਹਨੇ ਨੰਬਰ ਲੈ ਕੇ ਪਾਸ ਹੋਇਆ। ਉਸ ਮੈਰਿਟ ਦੇ ਵਿੱਚ ਉਹ ਗਿਆ ਕਿ ਅੱਜ ਉਹਦੀ ਬਰਾਬਰੀ ਕੋਈ ਕਰ ਨਹੀਂ ਸਕਿਆ, ਉਹਦਾ ਰਿਕਾਰਡ ਕੋਈ ਤੋੜ ਨਹੀਂ ਸਕਿਆ। ਜੀ ਜੀ ਇਸੇ ਤਰ੍ਹਾਂ ਥੋੜੇ ਦਿਨਾਂ ਬਾਅਦ ਫਤਿਹਗੜ੍ਹ ਸਾਹਿਬ ਦਾ ਆਏਗਾ। ਉਹ ਇਮਤਿਹਾਨ ਵੀ ਜਿਹੜਾ ਹੈ ਉਹ ਛੋਟਾ ਸੀ ਜੀ, ਪਰ ਉਹਦੇ ਵਾਸਤੇ ਜਿਹੜੀ ਤਿਆਰੀ ਹੈ ਉਹ ਬੜੀ ਲੰਬੀ ਹੈ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਉਮਰ 18 ਸਾਲ ਹੈ ਜੀ, ਬਿਲਕੁਲ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਉਮਰ ਪੌਣੇ 15 ਸਾਲ ਹੈ। 18 ਸਾਲ ਦੀ ਤਿਆਰੀ ਹੈ ਜਿਹੜੀ ਅੱਜ ਜਿਹਦਾ ਅਸੀਂ ਜ਼ਿਕਰ ਕਰਨ ਲੱਗੇ ਹਾਂ। ਜੀ, ਇਹ ਦਿਨ ਮਨਾਉਣੇ ਵੀ ਜ਼ਰੂਰੀ ਨੇ। ਬਿਲਕੁਲ ਅਸੀਂ ਉਸ ਦਿਨ ਨੂੰ ਸੈਲੀਬ੍ਰੇਟ ਕਰੀਏ, ਜੀ, ਉਸ ਸ਼ਰਧਾ ਨਾਲ, ਉਸ ਸਤਿਕਾਰ ਨਾਲ, ਉਸ ਅਕੀਦੇ ਨਾਲ ਯਤਨ ਕਰੀਏ ਕਿ ਉਸ ਤਰ੍ਹਾਂ ਦਾ ਵਾਤਾਵਰਨ ਜਿਹੜਾ ਹੈ ਉਹ ਇੱਕ ਵਾਰੀ ਜ਼ਰੂਰ ਬਣੇ, ਜੀ, ਕਿਉਂਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਜੀ, ਪਰ ਉਹਦੇ ਲਈ ਜੇ ਆਪਾਂ ਕਹੀਏ ਵੀ ਇੱਕ ਦਿਨ ਦੇ ਜ਼ਿਕਰ ਨਾਲ ਸਾਡੇ ਬੱਚਿਆਂ ਦੇ ਜੀਵਨ ਦੀ ਨੁਹਾਰ ਬਦਲੇਗੀ, ਨਹੀਂ ਭਾਈ। ਜੀ, ਉਹਦੇ ਵਾਸਤੇ ਤਾਂ ਜ਼ਰੂਰੀ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਚਮਕੌਰ ਦੀ ਗੜੀ ਵਿੱਚ ਵੀ ਲੈ ਕੇ ਜਾਈਏ, ਜੀ, ਜੀ, ਫਤਿਹਗੜ੍ਹ ਸਾਹਿਬ ਦੀ ਦੀਵਾਰ ਦੇ ਕੋਲ ਵੀ ਲੈ ਕੇ ਜਾਈਏ ਔਰ ਉਹਨਾਂ ਬੱਚਿਆਂ ਨੂੰ ਦੱਸੀਏ ਕਿ ਤੁਹਾਡੇ ਵੱਡੇ ਭਰਾ ਕੌਣ ਸਨ। ਜੀ, ਉਹਨਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਾਰੇ ਦੱਸੀਏ ਕਿ ਕੀ ਤੁਹਾਨੂੰ ਪਤਾ ਹੈ ਕਿ ਜਿਹੜਾ ਯਕੂਬ ਸੀਗਾ, ਜੀ, ਇੱਥੋਂ ਤੱਕ ਕਿ यूसुफ को यकूब के बिछड़ने ने रुलाया। फिर साबर कोई कम ऐसा रसूलों में आया, जी, कटवा के पिसर चार एक आंसू ना गिराया। रुतबा गुरु गोबिंद ने ऋषियों का बढ़ाया। जी, ਇਹੋ ਜਿਹਾ ਰਸੂਲ, ਇਹੋ ਜਿਹਾ ਪੈਗੰਬਰ ਸੰਸਾਰ ਵਿੱਚ ਕਿਤੇ ਨਹੀਂ ਆਇਆ ਜੀ, ਕਿ ਜਿਹਦੇ 4 ਪੁੱਤਰ ਉਹ ਸ਼ਹੀਦ ਹੋ ਜਾਣ ਪਰ ਉਹਦੀਆਂ ਅੱਖਾਂ ਦੇ ਵਿੱਚ ਇੱਕ ਆਂਸੂ ਵੀ ਨਾ ਹੋਵੇ। ਜੀ, ਜੀ, ਗੁਰੂ ਕਲਗੀਧਰ ਪਿਤਾ ਨੇ ਇਹ ਜਿਹੜਾ ਸਾਨੂੰ ਇਤਿਹਾਸ ਬਖਸ਼ਿਆ ਹੈ, ਐਵੇਂ ਨਹੀਂ ਇਤਿਹਾਸ ਨੇ ਏਡੇ ਏਡੇ ਮਰਤਬੇ ਜਿਹੜੇ ਨੇ, ਇਸ ਤਰ੍ਹਾਂ ਦੀ ਇਬਾਰਤ ਜਿਹੜੀ ਹੈ ਉਹ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕੀਤੀ ਹੈ ਕਿ ਦੇਵੀ ਦੇਵਾ ਦੇਹੁਰੇ संतोख सिंह दूर होते मिट जाती रीत कथा बेदन पुराण की। श्री गुरु गोबिंद सिंह पावन परम सूर जौपे ना होती मूरत करुणा निधान की। कैसी तैयारी होएगी, कैसा गुरसिखा नाल प्यार होएगा। जिहड़ी गल जोगी अल्लाह यार खान ने कही है वो कमाल दी गल है। जी, जी, वो कहता है बस एक हिंदमय तीर्थ है यात्रा के लिए जहां बाप ने बच्चे कटाए खुदा के लिए। ये जिहड़ी जंग होई है दुनिया का इतिहास जदों असीं पढ़दे हां ते सारियां ने जिहड़ा ओहदा निचोड़ कढिया वो ये है कि हर जंग दे 3 कारण हुंदे ने जी। जर हुंदी है, जोरू हुंदी है, जमीन हुंदी है। जी, बिल्कुल। जमीन दे टुकड़े वास्ते लड़ाइयां कीतियां गईयां, इस्त्रियां वास्ते लड़ाइयां कीतियां गईयां, धन दौलत वास्ते लड़ाइयां कीतियां गईयां। चमकौर दी गड़ी विच ये तिन्ने ही गल्लां ਦੀ ਕੋਈ ਸਾਨੂੰ ਨਿਸ਼ਾਨਦੇਹੀ ਪ੍ਰਾਪਤ ਨਹੀਂ ਹੁੰਦੀ ਜੀ। ਇਸੇ ਕਰਕੇ ਫਿਰ ਉਹ ਅੱਲਾ ਯਾਰ ਖਾਨ ਜੋਗੀ ਕਹਿੰਦਾ ਹੈ ਕਿ ਇਹ ਜਿਹੜੀ ਜੰਗ ਹੋਈ ਹੈ ਇਹ ਸਿਰਫ ਖੁਦਾ ਵਾਸਤੇ ਹੋਈ ਹੈ। ਜੀ, ਬਿਲकुल। ਜਹਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ लिए, ਇਹ ਖੁਦਾ ਪ੍ਰਸਤੀ ਸੀ। ਇਹ ਦੱਸਣ ਵਾਸਤੇ ਸੀ ਕਿ ਧਰਮ ਦੀਆਂ ਕਦਰਾਂ ਕੀਮਤਾਂ ਵਾਸਤੇ आपा कुर्बान किया जा सकता है, अपना सरबंस कुर्बान किया जा सकता है। जी, जी। वक़्त दे हाकमां नाल समझौता नहीं किया जा सकता, जंग हारी नहीं जा सकती। पता सी गुरु नूं बिल्कुल जेड़े मेरे सिंह जाणगे
ਉਹ ਵਾਪਸ ਨਹੀਂ ਆਉਣਗੇ। ਬਿਲਕੁਲ, ਇੱਕ ਰਾਤ ਪਹਿਲਾਂ ਦਾ ਜੀ ਅਸੀਂ ਉਹ ਜਿਹੜੀ ਪਹਿਲੀ ਰਾਤ ਹੈ, ਜੀ ਜੀ, ਇਤਿਹਾਸ ਇਹ ਕਹਿੰਦਾ ਹੈ ਕਿ ਸਿੰਘ ਸੌ ਚੁੱਕੇ ਨੇ ਪਰ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਸੁੱਤੇ ਨਹੀਂ। ਉਹ ਸਾਰੀ ਰਾਤ ਇਹਨਾਂ ਨੂੰ ਪਿਆਰ ਕਰਦੇ ਰਹੇ, ਇਹਨਾਂ ਦੇ ਕੇਸ ਬੰਨ੍ਹਦੇ ਰਹੇ, ਇਹਨਾਂ ਦੀ ਦਸਤਾਰੇ ਜੇ ਖੁੱਲੇ ਤੇ ਸਜਾਉਂਦੇ ਰਹੇ, ਇਹਨਾਂ ਦੇ ਮਸਤਕ ਚੁੰਮਦੇ ਰਹੇ ਔਰ ਰੱਬ ਨਾਲ ਗੱਲਾਂ ਕਰਦੇ ਰਹੇ ਕਿ ਕੱਲ ਇੱਕ ਐਸਾ ਵਕਤ ਆਏਗਾ ਕਿ ਜਦੋਂ ਮੈਂ ਇਕੱਲਾ ਹੋਵਾਂਗਾ ਇਹ ਮੇਰੇ ਕੋਲ ਨਹੀਂ ਹੋਣਗੇ। ਫਿਰ ਉੱਥੇ ਜਿਹੜੀ ਸਤਿਗੁਰੂ ਨੇ ਅਗਲੀ ਗੱਲ ਕੀਤੀ ਹੈ ਕਿ ਪੰਜ ਪਿਆਰਿਆਂ ਦਾ ਹੁਕਮ ਮੰਨਣਾ। ਪੰਜ ਪਿਆਰਿਆਂ ਨੂੰ ਸਤਿਗੁਰੂ ਜੀ ਨੇ ਜਿਹੜੇ ਅਧਿਕਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਿੱਤੇ ਸੀ, ਅਗਰ ਇਹ ਕਹੀਏ ਵੀ ਉਹ ਮੁੜ ਕੇ ਇੰਪਲੀਮੈਂਟ ਕਿੱਥੇ ਹੋਏ, ਉਹ ਲਾਗੂ ਕਿੱਥੇ ਹੋਏ, ਤਾਂ ਉਹ ਭਾਈ ਚਮਕੌਰ ਦੀ ਗੜੀ ਹੈ। ਜੀ ਬਿਲਕੁਲ ਭਾਈ ਸਾਹਿਬ, ਜਿੱਥੇ ਸਤਿਗੁਰੂ ਨੇ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਫਿਰ ਇਹ ਚਮਕੌਰ ਦੀ ਗੜੀ ਛੱਡੀ। ਔਰ ਜਿਹੜੀ ਇਤਿਹਾਸ ਨੇ ਉਹ ਗੱਲ ਸਾਡੇ ਤੱਕ ਪਹੁੰਚਾਈ ਹੈ, ਕਿਤਨੀ ਬਾ ਕਮਾਲ ਹੈ। ਅੱਜ ਇਹ ਗੱਲ ਸਾਨੂੰ ਵੀ ਸਮਝ ਲੈਣੀ ਚਾਹੀਦੀ। ਅਸੀਂ ਇਹ ਵੀ ਕਹਿੰਦੇ ਆ ਕਿ ਨਹੀਂ ਜੀ ਉਹਨਾਂ ਨੇ ਤੇ ਸਾਰਾ ਕੁਝ ਪੰਜ ਪਿਆਰਿਆਂ ਨੂੰ ਦੇ ਦਿੱਤਾ ਸੀ, ਪੰਜ ਪਿਆਰਿਆਂ ਨੂੰ ਦੇ ਦਿੱਤਾ ਸੀ, ਇਹਦੇ 'ਚ ਕੋਈ ਅਤਕਥਨੀ ਨਹੀਂ ਜੀ। ਬਿਲਕੁਲ, ਪਰ ਇੱਕ ਗੱਲ ਜਦੋਂ ਪੰਜ ਪਿਆਰੇ ਕਹਿੰਦੇ ਨੇ ਕਿ ਸਤਿਗੁਰੂ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਤੇ ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਮੈਂ ਕਿਉਂ ਜਾਵਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿ ਤਵਾਰੀਖ ਇਹ ਕਵੇ ਕਿ ਉਹ ਆਪਣੇ ਪੁੱਤਰਾਂ ਨੂੰ, ਆਪਣੇ ਸਿੱਖਾਂ ਨੂੰ ਸ਼ਹੀਦ ਕਰਾ ਕੇ, ਸਿੰਘਾਂ ਨੂੰ, ਤੇ ਉਹ ਆਪਣੀ ਜਾਨ ਬਚਾ ਕੇ ਚਲੇ ਗਏ। ਉਹਨਾਂ ਨੇ ਇੱਕ ਗੱਲ ਕਹੀ ਸੀ, ਉਹਨਾਂ ਨੇ ਕਿਹਾ ਸੀ ਵੇਖੋ ਗੁਰੂ ਕਲਗੀਧਰ ਪਾਤਸ਼ਾਹ ਜੀ, ਤੁਸੀਂ ਇਕੱਲੇ ਲੱਖਾਂ ਸਿੰਘ ਸਜਾ ਸਕਦੇ ਹੋ ਪਰ ਅਸੀਂ ਲੱਖਾਂ ਸਿੰਘ ਇਕੱਠੇ ਹੋ ਕੇ ਇੱਕ ਗੁਰੂ ਕਲਗੀਧਰ ਪਾਤਸ਼ਾਹ ਨਹੀਂ ਬਣਾ ਸਕਦੇ ਜੀ। ਉੱਥੇ ਫਿਰ ਸਤਿਗੁਰੂ ਨੇ ਪੰਥ ਦਾ ਹੁਕਮ ਮੰਨਿਆ, ਜਿਹੜਾ ਅੱਜ ਵੀ ਸਾਨੂੰ ਇਸ ਗੱਲ ਦੇ ਲਈ ਪਾਬੰਦ ਕਰਦਾ ਹੈ ਕਿ ਜਦੋਂ ਪੰਜ ਪਿਆਰੇ ਜਿਹੜੇ ਨੇ ਗੁਰਮਤਾ ਕਰਨ, ਉਸ ਵੇਲੇ ਉਹਨਾਂ ਦਾ ਹੁਕਮ ਸਾਰਾ ਪੰਥ ਮੰਨੇ। ਜੀ 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 ਬਿਲਕੁਲ ਭਾਈ ਸਾਹਿਬ। ਸੋ ਜੋ ਸ਼ਹਾਦਤ ਦਾ ਆਪ ਜੀ ਨੇ ਜ਼ਿਕਰ ਕੀਤਾ, ਜੋ ਚਮਕੌਰ ਦਾ ਜੰਗ ਹੈ, ਇੱਕ ਦਿਨ ਪਹਿਲਾਂ ਗੁਰੂ ਪਾਤਸ਼ਾਹ ਨੂੰ ਪਤਾ ਸੀ ਕਿ ਮੇਰੇ ਜੋ ਲਾਲ ਨੇ, ਲਖਤੇ ਜਿਗਰ ਨੇ, ਜਿਗਰ ਦੇ ਟੁਕੜੇ ਨੇ, ਉਹਨਾਂ ਨੇ ਮੁੜ ਕੇ ਨਹੀਂ ਆਉਣਾ, ਕੱਲ ਉਹਨਾਂ ਨੇ ਸ਼ਹੀਦ ਹੋ ਜਾਣਾ। ਸੋ ਐਸੀ ਲਾਸਾਨੀ ਸ਼ਹਾਦਤ ਹੈ ਉਹ ਦੁਨੀਆ ਦੇ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਜੇ ਚਾਰ ਸਾਹਿਬਜ਼ਾਦਿਆਂ ਚੋਂ ਦੋ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਜੋ ਸ਼ਹਾਦਤ ਸੀ ਉਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ। ਛੋਟੇ ਛੋਟੇ ਬਾਲਾਂ ਦਾ ਸੂਬੇ ਦੀ ਕਚਹਿਰੀ ਦੇ ਵਿੱਚ ਇਸ ਤਰ੍ਹਾਂ ਅਣਖ ਦੇ ਨਾਲ ਬੋਲਣਾ ਔਰ ਧਰਮ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਰਹਿਣਾ, ਨਾ ਡੋਲਣਾ, ਕਿਸੇ ਵੀ ਕਰਾਮਾਤ ਤੋਂ ਘੱਟ ਨਹੀਂ ਹੈ। ਸੋ ਅੱਜ ਸਾਨੂੰ ਸਭ ਨੂੰ ਲੋੜ ਹੈ ਕਿ ਅਸੀਂ ਇਹ ਬਹਾਨਾ ਬਣਾ ਕੇ ਨਾ ਨਿਕਲ ਜਾਈਏ ਕਿ ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ, ਸਗੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੋ ਸਾਡੇ ਪਿਤਾ ਗੁਰੂ ਪਾਤਸ਼ਾਹ ਨੇ ਪੁੱਤਰ ਸਾਜੇ ਸੀ, ਅਸੀਂ ਉਹਨਾਂ ਦੇ ਵਰਗੇ ਬਣਨਾ ਹੈ। ਜੋ ਸਾਨੂੰ ਜੋ ਸ਼ਹਾਦਤਾਂ ਦੀ ਇੱਕ ਮਿਸਾਲੀ ਕੁਰਬਾਨੀ ਦੇ ਕੇ ਗਏ ਨੇ, ਉਹਨਾਂ ਦੇ ਅਸੀਂ ਨਕਸ਼ੇ ਕਦਮਾਂ ਤੇ ਚੱਲਣਾ ਹੈ। ਜੋ ਉਹਨਾਂ ਦੀਆਂ ਉਮਰਾਂ ਸੀ, ਉਹਨਾਂ ਉਮਰਾਂ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਸ਼ਹਾਦਤਾਂ ਦਾ ਜਾਮ ਪੀਤਾ, ਉਸ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਂਦੇ ਹੋਏ ਗੁਰਬਾਣੀ ਦਾ ਜੋ ਸਾਡੇ ਕੋਲ ਖਜ਼ਾਨਾ ਹੈ ਉਸ ਦੇ ਮੁਤਾਬਿਕ ਅਸੀਂ ਜ਼ਿੰਦਗੀ ਨੂੰ ਪਲ ਪਲ ਜਿਉਣਾ ਹੈ। ਸੋ ਧਰਮ ਵਿਚਾਰ ਦੀ ਇੱਥੇ ਸਮਾਪਤੀ ਕਰਦੇ ਹਾਂ, ਨਾਲ ਇੱਕ ਵਾਰ ਫਿਰ ਤੋਂ ਕੋਟਾਨ-ਕੋਟ ਪ੍ਰਣਾਮ ਕਰਦੇ ਹਾਂ ਉਸ ਲਾਸਾਨੀ ਸ਼ਹਾਦਤ ਨੂੰ। ਸੋ ਆਪਦੇ ਮਨਾਂ ਦੇ ਵਿੱਚ ਕੋਈ ਵੀ ਸਵਾਲ, ਸੁਝਾਅ, ਵਿਚਾਰ ਹੋਣ ਤੁਸੀਂ ਸਾਨੂੰ ਭੇਜ ਸਕਦੇ ਹੋ। ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਪਤਾ ਹੈ editorpunjabi@cmedia.slgroup.com। SMS ਭੇਜਣ ਲਈ ਤੁਸੀਂ ਟਾਈਪ ਕਰ ਸਕਦੇ ਹੋ ਏਕ ਓਂਕਾਰ ਸਪੇਸ ਤੇ ਕਿ ਆਪਣਾ ਸਵਾਲ, ਸੁਝਾਅ, ਆਪਣਾ ਨਾਮ ਟਾਈਪ ਕਰੋ, ਭੇਜ ਦਿਓ 575757 ਤੇ। चिट्ठी पत्र के जरिए भी तुसी सानू संपर्क कर सकते हो। साडा पता है एक ओंकार जी पंजाब हरियाणा हिमाचल FC 19 सैक्टर 16 फिल्म सिटी नोएडा 201301। भाई साहब आप जी का बहुत बहुत धन्यवाद स्टूडियो दे विच आउण दे लई। सो हुण वेला आ गया अज दी कथा सरवण करन दा, भुलां चुकां दी खिमा, बख्शो आ गया। वाहिगुरू जी का खालसा, वाहिगुरू जी की फतेह।